ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਪਾਏਂਗਹਿ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈ, ਬਹੁ ਭੇਦ ਕਹੈ ਹਮ ਏਕ ਨਾ। ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰੋ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰੋ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸੁਕਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮੇਰੇ ਮਨ ਮੁਖ, ਹਰ 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 ਬੋਲੀਐ। ਗੁਰਮੁਖ ਰੰਗ ਚਲੋਲੇ ਰਾਤੇ, ਹਰ ਪ੍ਰੇਮ ਪੀਨੀ ਚੋਲੀਐ। ਰਹਾਉ ਹੋ ਫਿਰੋ ਦੀਵਾਨੀ ਆਵਲ ਬਾਵਲ, ਤਿਸ ਕਾਰਨ ਹਰ ਢੋਲੀਐ। ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ, ਹਮ ਤਿਸਕੀ ਗੁਲ ਗੋਲੀਐ। ਮੇਰੇ ਮਨ ਮੁਖ ਹਰ 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 ਬੋਲੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਪਤਿਤ ਪਾਵਨ, ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਸ਼ੋਭਿਤ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰੂ ਦਰਬਾਰ ਦੇ ਅੰਦਰ ਬੈਠ ਕੇ ਗੁਰਬਾਣੀ ਦੇ ਕੀਰਤਨ ਨਿਤਨੇਮ ਸਰਵਣ ਕੀਤੇ। ਇਸ ਵੇਲੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਜੋ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ ਤੇ ਸਦਾ ਸਮਾਂ ਹੋਇਆ। ਆਓ ਕੁਝ ਸਮੇਂ ਲਈ ਆਪਣੇ ਮਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰਾਂ ਦੇ ਜੋ ਅਗੰਮੀ ਬਚਨ ਨੇ
ਮੁਕਤੀ ਦੇ ਦਰ 'ਤੇ ਸਾਨੂੰ ਲੈ ਕੇ ਜਾਣ ਵਾਲੇ ਉਹਨਾਂ ਬਚਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ। ਦੇਵ ਗੰਧਾਰੀ ਰਾਗਨੀ ਹੈ ਮਾਲ ਕੌਸਕ ਦੀ। ਸੋ ਇਸਤਰੀ ਇਸ ਨੂੰ ਆਖਿਆ ਜਾਂਦਾ ਹੈ। ਦੁਤੀਆ ਮਾਲ ਕੌਸਕ ਆਲਾਪੈ, ਸੰਗ ਰਾਗਨੀ ਪੰਚੋ ਥਾਪੈ, ਗੌਂਡ ਕਰੀ ਅਰ ਦੇਵ ਗੰਧਾਰੀ। ਇਹ ਬਚਨ ਰਾਗਮਾਲਾ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਦਰਜ ਕੀਤੇ ਨੇ ਕਿ ਜੋ ਮਾਲ ਕੌਸਕ ਰਾਗ ਹੈ ਉਸ ਦੀ ਇਸਤਰੀ ਹੈ ਇਹ ਦੇਵ ਗੰਧਾਰੀ। ਦੁਪਹਿਰ ਤੋਂ ਲੈ ਕੇ ਅੱਧੀ ਰਾਤ ਤੱਕ ਇਸ ਰਾਗ ਨੂੰ ਗਾਇਆ ਜਾ ਸਕਦਾ। ਇਸ ਰਾਗਨੀ ਦੇ ਦੁਆਰਾ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਮੇਰੇ ਮਨ ਇਹ ਭਾਈ ਜੋ ਸਾਰਿਆਂ ਦਾ ਮੁਖੀ ਪਰਮੇਸ਼ਰ ਹੈ, ਉਸ ਮੁਖੀ ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਹਰ ਹਰ ਕਰੀਏ, ਬਾਣੀ ਕਰਕੇ ਉਹਦੇ ਨਾਮ ਨੂੰ ਹਰ ਹਰ ਕਹੀਏ ਅਤੇ ਸਰੀਰ ਕਰਕੇ ਉਹਦੇ ਨਾਮ ਨੂੰ ਹਰ ਹਰ ਜਪਣਾ ਕਰੀਏ। ਜੋ ਸਾਰਿਆਂ ਦੇ ਦੁੱਖਾਂ ਨੂੰ ਹਰ ਨਾਸ ਕਰਨ ਵਾਲਾ ਹੈ, ਜੋ ਸਾਰਿਆਂ ਥਾਵਾਂ 'ਤੇ ਹਰੀ ਬਿਰਾਜਿਆ ਹੋਇਆ ਹੈ, ਐਸੇ ਹਰੀ ਦੇ ਜਿਹੜੇ ਗੁਣ ਨੇ ਮਨ ਕਰਕੇ ਗਾਈਏ, ਬਾਣੀ ਕਰਕੇ ਗਾਈਏ ਅਤੇ ਸਰੀਰ ਕਰਕੇ ਗਾਉਣਾ ਕਰੀਏ। ਮੇਰੇ ਮਨ ਇਹ ਭਾਈ ਇਹ ਉਪਦੇਸ਼ ਹੈ ਤੁਹਾਡੇ ਵਾਸਤੇ ਕਿ ਉਸ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ ਕਰ। ਗੁਰਮੁਖ ਰੰਗ ਚਲੂਲੇ ਰਾਤੀ, ਹਰ ਪ੍ਰੇਮ ਭੀਨੀ ਚੋਲਿਆ। ਕੀ ਗੁਰਾਂ ਦੇ ਦੁਆਰਾ ਜਿਨ੍ਹਾਂ ਨੇ ਉਪਦੇਸ਼ ਲਿਆ ਹੈ, ਚਲੂਲੇ ਤੋਂ ਭਾਵ ਹੁੰਦਾ ਗੂੜਾ ਰੰਗ। ਉਹਨਾਂ ਦੀ ਬੁੱਧੀ ਦੇ ਉੱਪਰ ਇਹ ਗੂੜਾ ਰੰਗ ਚੜ੍ਹਿਆ ਹੈ ਪਰਮਾਤਮਾ ਦੇ ਨਾਮ ਦਾ। ਜਿਨ੍ਹਾਂ ਦੀ ਬੁੱਧੀ ਰੰਗੀ ਗਈ ਹੈ ਨਾਮ ਦੇ ਵਿੱਚ, ਉਹਨਾਂ ਦੀ ਇਹ ਦੇਹ ਰੂਪੀ ਜਿਹੜੀ ਚੋਲੀ ਹੈ, ਇਹ ਦੇਹ ਜੋ ਸਰੀਰ ਹੈ, ਸਰੀਰ ਨੂੰ ਵੀ ਉਹਨਾਂ ਦੇ ਨੂੰ ਰੰਗ ਚੜ੍ਹਿਆ ਹੈ। ਜਿਵੇਂ ਲਲਾਰੀ ਦੇ ਕੋਲ ਲੈ ਕੇ ਜਾਈਏ, ਚੋਲੀ ਲੈ ਕੇ ਜਾਈਏ, ਚੁੰਨੀ ਦੁਪੱਟਾ ਲੈ ਕੇ ਜਾਈਏ, ਪੱਗ ਲੈ ਕੇ ਜਾਈਏ, ਅਤੇ ਗੂੜਾ ਰੰਗ ਉਸ ਕੱਪੜੇ ਨੂੰ ਉਹ ਚਾੜ੍ਹ ਦਿੰਦਾ ਹੈ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਗੁਰੂ ਵੀ ਲਲਾਰੀ ਹੈ। ਜਿਹੜਾ ਆਪਣੀ ਬੁੱਧੀ ਨੂੰ ਗੁਰੂ ਦੇ ਕੋਲ ਲੈ ਕੇ ਜਾਏਗਾ, ਉਹ ਤੇਰੀ ਬੁੱਧੀ ਨੂੰ ਵੀ ਨਾਮ ਦਾ ਰੰਗ ਦੇ ਦੇਵੇਗਾ ਅਤੇ ਤੇਰੇ ਇਸ ਸਰੀਰ ਰੂਪੀ ਚੋਲੇ ਨੂੰ ਵੀ ਉਹ ਨਾਮ ਦਾ ਰੰਗ ਦੇ ਦੇਵੇਗਾ। ਐਸਾ ਗੂੜਾ ਰੰਗ ਚੜ੍ਹੇਗਾ ਕਿ ਫਿਰ ਉਹ ਰੰਗ ਉਤਰੇਗਾ ਨਹੀਂ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ। ਉਹ ਨਾਮ ਦੀ ਜਿਹੜੀ ਖੁਮਾਰੀ ਹੈ ਨਾ, ਖੁਮਾਰ ਨਾਮ ਦਾ ਨਸ਼ਾ, ਉਹ ਉਤਰਦਾ ਨਹੀਂ ਹੈ ਭਾਵੇਂ ਸਰੀਰ ਦਾ ਬੰਦ ਕਿਉਂ ਨਾ ਕੱਟਿਆ ਜਾਏ। ਐਸਾ ਰੰਗ ਮਹਾਰਾਜ ਜੀ ਇਸ ਦੇਹ ਨੂੰ, ਸਰੀਰ ਨੂੰ ਬਖਸ਼ਿਸ਼ ਕਰ ਦਿੰਦੇ। ਇਹ ਜੋ ਸਰੀਰ ਰੂਪੀ ਚੋਲਾ ਇਹਨੂੰ ਵੀ ਨਾਮ ਦਾ ਰੰਗ ਚਾੜ੍ਹ ਦਿੰਦੇ। ਜੋ ਤੇਰੀ ਬੁੱਧੀ ਹੈ, ਤੇਰੀ ਸੋਚ ਹੈ, ਉਹਦੇ ਵਿੱਚ ਵੀ ਨਾਮ ਦਾ ਰੰਗ ਬਖਸ਼ਿਸ਼ ਕਰਦੇ ਹਨ। ਰਹਾਓ ਹੋ ਫਿਰੋ ਦੀਵਾਨੀ ਆਵਲ ਬਾਵਲ, ਤਿਸ ਕਾਰਨ ਹਰ ਢੋਲੀਆ। ਜੋ ਢੋਲੀ ਹੈ ਪਿਆਰਾ ਹੈ ਨਾ ਪਰਮਾਤਮਾ, ਸੋ ਜਿਸ ਨੂੰ ਢੋਲਾ ਕਿਹਾ ਜਾਂਦਾ, ਪਤੀ ਕਿਹਾ ਜਾਂਦਾ ਹੈ, ਉਹ ਜੋ ਪਤੀ ਪਿਆਰਾ ਢੋਲਾ ਹੈ, ਮਾਲਕ ਹੈ ਪਰਮਾਤਮਾ, ਉਸ ਦੀ ਪ੍ਰਾਪਤੀ ਵਾਸਤੇ ਹੋਂ ਫਿਰੋ ਦੀਵਾਨੀ। ਮੈਂ ਤੇ ਦੀਵਾਨੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ, ਮਸਤਾਨੀ ਹੋਈ ਫਿਰਦੀ। ਹੋਂ ਫਿਰੋ ਦੀਵਾਨੀ ਆਵਲ ਬਾਵਲ, ਔਲਿਆਂ ਬੌਲਿਆਂ ਦੇ ਵਾਂਗ। ਸੋ ਤੁਰੀ ਫਿਰਦੀਆਂ ਕਾਹਦੇ ਵਾਸਤੇ? ਤਿਸ ਕਾਰਨ ਹਰ ਢੋਲੀ ਹੈ। ਉਹ ਜੋ ਢੋਲਾ ਹੈ ਪਰਮਾਤਮਾ, ਜੋ ਸਾਰਿਆਂ ਦਾ ਪਿਆਰਾ ਹੈ, ਉਹਦੀ ਪ੍ਰਾਪਤੀ ਵਾਸਤੇ ਮੈਨੂੰ ਸੰਸਾਰ ਦੀ ਸੁੱਧ ਬੁੱਧੀ ਭੁੱਲ ਗਈ ਹੈ, ਸੰਸਾਰ ਦੀ ਕਾਣ ਕਨੌੜ ਭੁੱਲ ਗਈ ਹੈ। ਮੈਂ ਤੇ ਉਹਦੇ ਪਿਆਰ ਦੇ ਵਿੱਚ ਦੀਵਾਨੀ ਹੋ ਕੇ ਅਤੇ ਐਸੀ ਮਸਤਾਨੀ ਹੋ ਕੇ, ਐਸੇ ਉਹਦੇ ਨਾਮ ਦੇ ਵਿੱਚ ਰੰਗ ਕੇ, ਦੁਨੀਆ ਦੇ ਵੱਲੋਂ ਮੈਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ।
ਸੋ ਔਲਿਆਂ ਬੌਲਿਆਂ ਦੇ ਵਾਂਗ ਮੈਂ ਦੌੜੀ ਫਿਰਦੀ ਹਾਂ। ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ, ਹਮ ਤਿਸਕੀ ਗੁਲ ਗੋਲੀਆ। ਆ ਕੇ ਕੋਈ ਗੁਰਮੁਖ, ਕੋਈ ਗੁਰੂ, ਕੋਈ ਸਾਧੂ, ਕੋਈ ਸੰਤ ਰੱਬ ਦਾ ਬਖਸ਼ਿਆ ਹੋਇਆ ਮੈਨੂੰ ਪ੍ਰਮਾਤਮਾ ਦੇ ਨਾਲ ਮੇਲ ਦੇਵੇ। ਬਚਨ ਆਪਾਂ ਪੜ੍ਹਦੇ ਹਾਂ ਮਹਾਰਾਜ ਸਾਹਿਬ ਜੀਆਂ ਦਾ। ਮਹਾਰਾਜ ਕਹਿਣ ਲੱਗੇ ਕੋਈ ਵਿਅਕਤੀ, ਕੋਈ ਸਾਧੂ, ਕੋਈ ਸੰਤ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋਈ ਇਹੋ ਜਿਹਾ ਹੈ ਜਿਹੜਾ ਪਿਆਰੇ ਪ੍ਰੀਤਮ ਨੂੰ ਮਿਲਾ ਦੇਵੇ। ਅਤੇ ਪਾਤਸ਼ਾਹ ਕਹਿਣ ਲੱਗੇ ਜੇ ਕੋਈ ਇਸ ਤਰ੍ਹਾਂ ਦਾ ਮਿਲ ਜਾਵੇ ਅਤੇ ਫਿਰ ਮੈਂ ਉਹਦੀ ਸੇਵਾ ਕੀ ਕਰਾਂਗਾ। ਤਿਸ ਆਗੈ ਗੁਲ ਗੋਲੀਐ, ਮੈਂ ਤੇ ਉਹਦੇ ਦਾਸ ਦਾ ਵੀ ਦਾਸ ਬਣ ਜਾਵਾਂ, ਸੇਵਕ ਦਾ ਵੀ ਸੇਵਕ ਬਣ ਜਾਵਾਂ, ਉਹਦੀ ਸੇਵਾ ਵਿੱਚ ਜੁੜ ਜਾਵਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਜਿਹੜਾ ਸਾਨੂੰ ਉਹਦੇ ਨਾਲ ਮਿਲਾ ਦੇਵੇ, ਨਿਰੰਕਾਰ ਦੇ ਨਾਲ। ਐਸੇ ਸਾਧੂ ਦੇ, ਐਸੇ ਗੁਰੂ ਦੇ ਘਰ ਦਾ ਮੈਂ ਸੇਵਕ ਬਣ ਜਾਵਾਂ, ਦਾਸ ਬਣ ਜਾਵਾਂ, ਅਤੇ ਦਾਸ ਬਣ ਕੇ ਫਿਰ ਸੇਵਾ ਕਰਾਂ ਉਹਦੇ ਦਰ ਦੀ ਜਿਹਨੇ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾਇਆ ਹੈ। ਅਤੇ ਮਹਾਰਾਜ ਜੀਆਂ ਦਾ ਬਚਨ ਹੈ ਕਿ ਐਸੇ ਗੁਰਮੁਖ ਸਾਧੂ ਦੀ ਸੰਗਤ ਮਿਲ ਜਾਵੇ ਜਿਹੜਾ ਪ੍ਰਮਾਤਮਾ ਦੇ ਨਾਲ ਜੋੜ ਦੇ, ਮਿਲਾ ਦੇਣਾ ਕਰੇ। ਸਤਿਗੁਰ ਪੁਰਖ ਮਨਾਵੋ ਆਪਣਾ, ਹਰ ਅੰਮ੍ਰਿਤ ਪੀ ਚੋਲੀਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸਤਿਗੁਰ ਪੁਰਖ ਮਨਾਵੋ ਆਪਣਾ। ਜੋ ਸਤਿਗੁਰੂ ਹਨ, ਪੁਰਖ ਸ੍ਰੇਸ਼ਟ ਹਨ, ਮੈਂ ਉਹਨਾਂ ਨੂੰ ਮਨਾਉਂਦੀ ਹਾਂ, ਉਹਨਾਂ ਨੂੰ ਧਿਆਉਂਦੀ ਹਾਂ, ਉਹਨਾਂ ਦੇ ਨਾਮ ਨੂੰ ਜਪਦੀ ਹਾਂ। ਇਹ ਜੀਵ ਇਸਤਰੀ ਬੇਨਤੀ ਕਰਦੀ ਹੈ ਕਿ ਮੈਂ ਆਪਣੇ ਗੁਰੂ ਨੂੰ ਮਨਾ ਕੇ, ਗੁਰਾਂ ਦੇ ਕੋਲੋਂ ਨਾਮ ਦੀ ਬਖਸ਼ਿਸ਼ ਲੈ ਕੇ ਉਸ ਨਾਮ ਦੀ ਕਮਾਈ ਕਰਦੀ ਪਈ ਆ। ਅਤੇ ਨਾਮ ਦੀ ਕਮਾਈ ਕਰਨ ਦੇ ਨਾਲ ਹਰ ਅੰਮ੍ਰਿਤ ਪੀ ਝੋਲੀਐ। ਇਹ ਸੰਸਾਰ ਦੇ ਵਿੱਚ ਕੀ ਹੈ, ਹੰਗਤਾ ਅਤੇ ਮਮਤਾ ਦਾ ਬੂਰ ਪਿਆ ਹੋਇਆ, ਜਾਲਾ ਪਿਆ ਹੋਇਆ। ਜਿਵੇਂ ਆਪਾਂ ਵੇਖਦੇ ਹਾਂ ਸਰੋਵਰ ਦੇ ਵਿੱਚ ਪਾਣੀ ਤੇ ਭਰਿਆ ਹੋਇਆ, ਪਰ ਉਹਦੇ ਉੱਪਰ ਜਾਲਾ ਬਣਿਆ, ਝੱਗ ਬਣੀ ਹੋਈ ਹੈ, ਬੂਰ ਪਿਆ ਹੋਇਆ। ਅਤੇ ਸਿਆਣਾ ਵਿਅਕਤੀ ਕੀ ਕਰਦਾ ਹੈ, ਜਾਲੇ ਨੂੰ ਪਰੇ ਕਰਕੇ ਹੱਥਾਂ ਦੇ ਨਾਲ ਅਤੇ ਪਾਣੀ ਨੂੰ ਪੀ ਲੈਂਦਾ, ਪਾਣੀ ਸਾਫ਼ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਅੰਮ੍ਰਿਤ ਨਾਮ ਨੂੰ ਪੀਣਾ ਹੈ ਅਤੇ ਇੱਥੇ ਵੀ ਹੰਕਾਰ ਦਾ ਜਾਲਾ ਪਿਆ ਹੋਇਆ, ਮਮਤਾ ਦਾ ਜਾਲਾ ਪਿਆ। ਕਿਸੇ ਨੂੰ ਹੰਕਾਰ ਹੈ ਕਿ ਮੇਰੇ ਵਰਗਾ ਕੋਈ ਨਹੀਂ ਹੈ, ਇਹ ਵੀ ਜਾਲਾ ਹੀ ਹੈ, ਪਰੇ ਕਰਨਾ ਪਵੇਗਾ। ਕਿਸੇ ਨੂੰ ਮਮਤਾ ਕਹਿ ਲਈਏ, ਮੋਹ ਹੈ, ਉਹ ਮੋਹ ਦੇ ਵਿੱਚ ਫਸਿਆ ਹੋਇਆ, ਇਹ ਮੋਹ ਵੀ ਪਰੇ ਕਰਨਾ ਪਵੇਗਾ। ਆਪਣੇ ਦੋਨਾਂ ਹੱਥਾਂ ਦੇ ਨਾਲ ਤੈਨੂੰ ਹੰਕਾਰ ਵੀ ਪਰੇ ਕਰਨਾ ਪਵੇਗਾ ਔਰ ਤੈਨੂੰ ਮੋਹ ਵੀ ਪਰੇ ਕਰਨਾ ਪਵੇਗਾ। ਪੀ ਅੰਮ੍ਰਿਤ, ਤਾਂ ਤੂੰ ਨਾਮ ਅੰਮ੍ਰਿਤ ਨੂੰ ਪੀ ਸਕੇਗਾ। ਜੇ ਤੈਨੂੰ ਨਾਮ ਅੰਮ੍ਰਿਤ ਦਾ ਸਵਾਦ ਨਹੀਂ ਨਾ ਆਉਂਦਾ ਪਿਆ, ਕਈ ਵਾਰੀ ਆਪਾਂ ਸਵਾਲ ਵੀ ਕਰ ਦਿੰਦੇ, ਮੈਂ ਨਾਮ ਤੇ ਜਪਦਾ, ਬਾਣੀ ਤੇ ਪੜ੍ਹਦਾ, ਰਸ ਨਹੀਂ ਆਉਂਦਾ, ਆਨੰਦ ਨਹੀਂ ਆਉਂਦਾ। ਅਤੇ ਸਤਿਗੁਰੂ ਕਹਿਣ ਲੱਗੇ ਉਹਦਾ ਕਾਰਨ ਇਹ ਆ ਵੀ ਤੇਰੇ ਹਿਰਦੇ ਵਿੱਚ ਹੰਕਾਰ ਹੈ। ਜਿੰਨਾ ਚਿਰ ਹੰਕਾਰ ਨੂੰ ਨਹੀਂ ਕੱਢਦਾ ਉਹਨਾਂ ਚਿਰ ਰਸ ਨਹੀਂ ਆਉਣਾ। ਤੇਰੇ ਮਨ ਦੇ ਵਿੱਚ ਮੋਹ ਹੈ ਸੰਬੰਧੀਆਂ ਦਾ, ਸੰਸਾਰ ਦਾ, ਜਿੰਨਾ ਚਿਰ ਇਹ ਨਹੀਂ ਪਰੇ ਕਰਦਾ ਉਹਨਾਂ ਚਿਰ ਰਸ ਨਹੀਂ ਆਉਣਾ। ਅਤੇ ਪਾਤਸ਼ਾਹ ਬਖਸ਼ਿਸ਼ ਕਰਦੇ ਸਤਿਗੁਰ ਪੁਰਖ ਮਨਾਵੋ ਆਪਣਾ। ਮੈਂ ਆਪਣੇ ਗੁਰੂ ਨੂੰ ਮਨਾਉਂਦਾ ਹਾਂ, ਧਿਆਉਂਦਾ ਹਾਂ। ਕਾਹਦੇ ਵਾਸਤੇ? ਗੁਰੂ ਨੇ ਮੈਨੂੰ ਇਹ ਬਖਸ਼ਿਸ਼ ਕੀਤੀ ਹੈ ਵੀ ਗੁਰੂ ਕਿਹਾ ਸਿੱਖਾ, ਇਹ ਜਿਹੜਾ ਝੋਲੀ ਹੈ, ਜਿਹੜਾ ਬੂਰ ਪਿਆ ਨਾ, ਜਾਲਾ ਪਿਆ ਹੰਕਾਰ ਦਾ ਅਤੇ ਮੋਹ ਦਾ, ਇਹਨੂੰ ਪਰੇ ਕਰ ਦੇ, ਤਾਂ ਨਾਮ ਅੰਮ੍ਰਿਤ ਨੂੰ ਪੀ ਸਕਦਾ। ਅਤੇ ਫਿਰ ਮੈਂ ਉਸ ਨਾਮ ਅੰਮ੍ਰਿਤ ਨੂੰ ਛਕਿਆ ਹੈ। ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇਹ ਟੋਲੀਆ। ਦੇ ਉੱਪਰ ਗੁਰੂ ਦੀ ਬਖਸ਼ਿਸ਼ ਹੋਈ ਹੈ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਅਸੀਂ ਸੰਗਤ ਵਿੱਚ ਆ ਕੇ ਬੈਠੇ ਹਾਂ, ਕਾਹਦੇ ਵਾਸਤੇ? ਗੁਰੂ ਦੀ ਕਿਰਪਾ ਬਖਸ਼ਿਸ਼ ਲੈਣ ਵਾਸਤੇ। ਮਹਾਰਾਜ ਫਰਮਾਉਂਦੇ ਨੇ ਗੁਰ ਪ੍ਰਸਾਦ ਜਨ ਨਾਨਕ ਪਾਇਆ। ਜਿਨ੍ਹਾਂ ਨੇ ਗੁਰੂ ਕਿਰਪਾ ਨਾਲ ਉਸ ਪਰਮੇਸ਼ਰ ਨੂੰ ਪਾਇਆ ਹੈ। ਅਤੇ ਪਾਇਆ ਕਿਵੇਂ ਹੈ, ਕਿਵੇਂ ਪ੍ਰਾਪਤੀ ਹੋਈ ਹੈ? ਹਰ ਲਾਧਾ ਦੇਹ ਟੋਲੀਏ। ਪੁੱਛ ਲਿਆ ਜੀ ਲੱਭਦਾ ਕਿੱਥੋਂ ਹੈ ਪਰਮਾਤਮਾ? ਸਾਨੂੰ ਹਾਲੇ ਤੱਕ ਜਗ੍ਹਾ ਦਾ ਪਤਾ ਨਹੀਂ ਲੱਗਾ ਵੀ ਰੱਬ ਰਹਿੰਦਾ ਕਿੱਥੇ ਹੈ। ਜੇ ਪਤਾ ਲੱਗ ਜਾਵੇ ਤਾਂ ਹੋ ਸਕਦਾ ਲੱਭ ਲਈਏ। ਸਾਨੂੰ ਇਹ ਨਹੀਂ ਪਤਾ ਲੱਗਾ ਵੀ ਰੱਬ ਨੂੰ ਲੱਭਣਾ ਕਿੱਥੋਂ ਹੈ। ਅਸੀਂ ਜੰਗਲਾਂ ਵਿੱਚ ਤੁਰੇ ਫਿਰਦੇ ਹਾਂ, ਜੰਗਲ ਜੰਗਲ ਕਿਆ ਭਵੇ।
ਅਸੀਂ ਪਹਾੜਾਂ ਦੀਆਂ ਸੈਰਾਂ ਕਰਦੇ ਪਏ, ਰੱਬ ਇੱਥੇ ਲੁਕਿਆ ਹੋਇਆ ਮਿਲ ਜਾਏਗਾ, ਦੇਸ਼ ਤੇ ਵਿਦੇਸ਼ ਵਿੱਚ ਜਾਂਦੇ ਹਾਂ ਇੱਥੋਂ ਮਿਲ ਜਾਏਗਾ। ਮਹਾਰਾਜ ਕਹਿਣ ਲੱਗੇ ਨਹੀਂ, ਹਰ ਲਾਦਾ ਦੇਹ ਢੋਲੀ ਹੈ, ਆਪਣੇ ਸਰੀਰ ਦੇ ਵਿੱਚੋਂ ਲੱਭ ਇੱਥੋਂ ਹੀ ਮਿਲ ਜਾਣਾ, ਕਿਉਂਕਿ ਵਸੀ ਰੱਬ ਹਿਆਲੀ ਹੈ, ਬਾਹਰ ਕਿਆ ਢੂੰਡੇ। ਬਾਹਰ ਕੀ ਲੱਭਦਾ ਪਿਆ? ਪਹਾੜਾਂ ਵਿੱਚ ਜੰਗਲਾਂ ਵਿੱਚ ਜਾ ਕੇ ਉਹ ਤੇਰੇ ਅੰਦਰ ਬੈਠਾ ਹੋਇਆ। ਤੇ ਜਿਹਨੂੰ ਮਿਲਿਆ ਹੈ ਨਾ ਉਹਨੂੰ ਅੰਦਰੋਂ ਹੀ ਮਿਲਿਆ ਹੈ, ਬਾਹਰੋਂ ਨਹੀਂ ਕਿਸੇ ਨੂੰ ਆ ਕੇ ਮਿਲਿਆ। ਜਿਹਨੂੰ ਪ੍ਰਾਪਤ ਹੋਇਆ ਅੰਦਰੋਂ ਹੀ ਮਿਲ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰ ਲਾਦਾ ਦੇਹ ਢੋਲੀ ਹੈ, ਜਿਨ੍ਹਾਂ ਨੇ ਦੇਹ ਵਿੱਚੋਂ ਲੱਭਿਆ ਨਾ, ਸਰੀਰ ਵਿੱਚੋਂ ਲੱਭਿਆ ਨਾ ਗੁਰੂ ਕਿਰਪਾ ਦੇ ਨਾਲ, ਉਹਨਾਂ ਨੂੰ ਉਹ ਪਰਮਾਤਮਾ ਅੰਦਰੋਂ ਹੀ ਮਿਲ ਗਿਆ ਹੈ। ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਹੁਣ ਦੁਨੀਆ ਦੇ ਵੱਲੋਂ ਹਾਰ ਕੇ, ਦੁਨੀਆ ਦੇ ਵੱਲ ਦੌੜ ਭੱਜ ਕੇ ਵੇਖ ਲਿਆ, ਫਲਾਣਾ ਮੇਰਾ ਇਹ ਕੰਮ ਕਰੇਗਾ, ਪਰ ਉਹਨੇ ਨਹੀਂ ਕੀਤਾ, ਮਨ ਟੁੱਟ ਗਿਆ। ਦੂਜੇ ਵੱਲੇ ਗਿਆ ਵੀ ਹੁਣ ਰਾਜਾ ਇਹ ਕੰਮ ਕਰੇਗਾ, ਪਰ ਵੇਖਿਆ ਵੀ ਇਹ ਵੀ ਨਹੀਂ ਕਰ ਸਕਦਾ, ਉੱਧਰੋਂ ਵੀ ਮਨ ਟੁੱਟ ਗਿਆ। ਦੁਨੀਆ ਦੇ ਵੱਲੋਂ ਹਾਰ ਕੇ ਅਬ ਹਮ ਚੱਲੀ ਠਾਕੁਰ ਪਹਿ, ਹੁਣ ਮੈਂ ਪਰਮੇਸ਼ਰ ਦੀ ਤਰਫ ਹੋ ਕੇ ਚੱਲਿਆ ਹਾਂ ਉਹਦੀ ਪ੍ਰਾਪਤੀ ਵਾਸਤੇ। ਜਿਵੇਂ ਆਪਾਂ ਇੱਕ ਸਾਖੀ ਸਰਵਣ ਕਰਦੇ ਸੀ ਕਿ ਇੱਕ ਬਾਲਕ ਨੂੰ ਸਜ਼ਾ ਦੇ ਦਿੱਤੀ ਗਈ ਕਿ ਇਸ ਨੂੰ ਕਤਲ ਕੀਤਾ ਜਾਵੇ। ਰਾਜੇ ਨੇ ਆਪਣੇ ਸਿਪਾਹੀਆਂ ਨੂੰ ਆਖਿਆ ਵੀ ਇਸ ਨੂੰ ਲੈ ਕੇ ਜੰਗਲ ਵਿੱਚ ਜਾ ਕੇ ਕਤਲ ਕਰ ਦਿਓ। ਤੇ ਜਦੋਂ ਉਹਦੇ ਸਿਪਾਹੀ ਜਲਾਦ ਲੈ ਕੇ ਜੰਗਲ ਵਿੱਚ ਪਹੁੰਚੇ ਕਤਲ ਕਰਨ ਵਾਸਤੇ, ਤੇ ਬਾਲਕ ਨਿੱਕੀਆਂ ਨਿੱਕੀਆਂ ਢੇਰੀਆਂ ਬਣਾਉਣ ਲੱਗ ਪਿਆ ਮਿੱਟੀ ਦੀਆਂ। ਪਹਿਲਾਂ ਢੇਰੀਆਂ ਬਣਾਈਆਂ, ਫਿਰ ਪੈਰ ਮਾਰ ਕੇ ਤੋੜ ਦਿੱਤੀਆਂ। ਤੇ ਉਹ ਜਿਹੜੇ ਸਿਪਾਹੀ ਜਲਾਦ ਸਨ ਵੇਖ ਕੇ ਬੜੇ ਹੈਰਾਨ ਹੋਏ ਵੀ ਪਹਿਲਾਂ ਮਿੱਟੀ ਦੀਆਂ ਢੇਰੀਆਂ ਬਣਾਈਆਂ ਹੱਥਾਂ ਨਾਲ ਇਕੱਠੀਆਂ ਕਰ ਕਰਕੇ ਨਿੱਕੀਆਂ ਨਿੱਕੀਆਂ, ਤੇ ਹੁਣ ਪੈਰ ਮਾਰ ਕੇ ਤੋੜੀਆਂ, ਕਾਰਨ ਕੀ ਹੈ? ਜਦੋਂ ਪੁੱਛਿਆ ਉਸ ਬਾਲਕ ਤੋਂ, ਤੇ ਉਹ ਕਹਿਣ ਲੱਗਾ ਵੀ ਇਹ ਢੇਰੀਆਂ ਮੇਰਾ ਆਸਰਾ ਸਨ, ਤੇ ਮੈਂ ਪਹਿਲਾਂ ਵੇਖਿਆ ਵੀ ਕਿਹਦਾ ਕਿਹਦਾ ਮੈਨੂੰ ਆਸਰਾ ਹੈ, ਤੇ ਮੈਂ ਢੇਰੀਆਂ ਲਾਈਆਂ, ਤੇ ਹੁਣ ਜਦੋਂ ਵੇਖਿਆ ਵੀ ਆਸਰਾ ਰਿਹਾ ਹੀ ਕੋਈ ਨਹੀਂ, ਤੇ ਮੈਂ ਢਾਹ ਦਿੱਤੀਆਂ। ਤੇ ਉਹਨਾਂ ਨੇ ਪੁੱਛਿਆ ਕਾਰਨ ਕੀ ਹੈ? ਕਹਿਣ ਲੱਗਾ ਪਹਿਲੀ ਢੇਰੀ ਲਾਈ ਸੀ ਮਾਂ ਬਾਪ ਦੀ, ਵੀ ਇਹ ਮੇਰਾ ਆਸਰਾ, ਮੈਨੂੰ ਪਾਲਣਗੇ, ਮੈਨੂੰ ਬਚਾਉਣਗੇ, ਪਰ ਅੱਜ ਮੈਂ ਕਤਲ ਕੀਤਾ ਜਾ ਰਿਹਾ, ਮਾਂ ਬਾਪ ਨੇ ਬਚਾਇਆ ਕੋਈ ਨਹੀਂ। ਮੇਰੇ ਮਨ ਵਿੱਚੋਂ ਆਵਾਜ਼ ਆਈ ਵੀ ਇਹ ਤੇ ਝੂਠਾ ਹੀ ਆਸਰਾ ਫੜ ਕੇ ਬੈਠਾ, ਮਾਂ ਬਾਪ ਦੇ ਮੂੰਹ ਵਿੱਚ ਬਚਾ ਤੇ ਤੈਨੂੰ ਸਕੇ ਨਹੀਂ, ਤਾਂ ਮੈਂ ਪਹਿਲੀ ਢੇਰੀ ਨੂੰ ਤੋੜਿਆ ਹੈ। ਹੁਣ ਦੂਜੀ ਢੇਰੀ ਜਿਹੜੀ ਹੈ ਉਹ ਰਾਜੇ ਦੀ ਸੀ, ਵੀ ਰਾਜਾ ਆਪਣੀ ਪ੍ਰਜਾ ਦੀ ਰੱਖਿਆ ਕਰਦਾ, ਤੇ ਪ੍ਰਜਾ ਦੀ ਰੱਖਿਆ ਹੁੰਦੀ ਹੈ, ਰਾਜਾ ਕਰਦਾ ਹੈ। ਰਾਜੇ ਦੀ ਇਹ ਜ਼ਿੰਮੇਵਾਰੀ ਹੈ ਵੀ ਆਪਣੀ ਪ੍ਰਜਾ ਨੂੰ ਦੁੱਖ ਸੁੱਖ ਤੋਂ ਬਚਾਵੇ, ਤੇ ਰਾਜਾ ਤੇ ਮੈਨੂੰ ਆਪ ਹੀ ਕਤਲ ਕਰਨ ਦਾ ਹੁਕਮ ਦਿੰਦਾ ਪਿਆ। ਰਾਜੇ ਦੀ ਵੀ ਕਾਹਦੀ ਮੇਰੀ ਧੇਰ ਹੈ, ਕਾਹਦਾ ਮੇਰਾ ਆਸਰਾ? ਮੈਂ ਦੂਜੀ ਢੇਰੀ ਨੂੰ ਵੀ ਪੈਰ ਮਾਰ ਕੇ ਤੋੜਿਆ ਵੀ ਛੱਡ, ਰਾਜੇ ਤੋਂ ਵੀ ਕੀ ਲੈਣਾ ਜਿਸ ਨੇ ਮੈਨੂੰ ਮਰਨ ਦਾ ਹੁਕਮ ਦਿੱਤਾ। ਤੇ ਤੀਜੀ ਢੇਰੀ ਸੀ ਪੈਗੰਬਰਾਂ ਦੀ, ਦੇਵਤਿਆਂ ਦੀ, ਜਿਨ੍ਹਾਂ ਦੀ ਮੈਂ ਪੂਜਾ ਕਰਦਾ, ਜਿੱਥੇ ਮੈਂ ਦੀਵਾ ਜਗਾਉਂਦਾ, ਜਿੱਥੇ ਜਾ ਕੇ ਮੈਂ ਪ੍ਰਸ਼ਾਦ ਚੜਾਉਂਦਾ, ਤੇ ਬਚਾਇਆ ਤੇ ਮੈਨੂੰ ਉਹਨਾਂ ਨੇ ਵੀ ਨਹੀਂ। ਮੈਨੂੰ ਪਤਾ ਲੱਗ ਗਿਆ ਵੀ ਉਹ ਵੀ ਬਚਾਉਣ ਵਾਲੇ ਨਹੀਂ, ਢੇਰੀ ਮੈਂ ਉਹ ਵੀ ਪੈਰ ਮਾਰ ਕੇ ਤੋੜੀ ਹੈ। ਤੇ ਜਲਾਦ ਕਹਿਣ ਲੱਗਾ ਵੀ ਚੌਥੀ ਢੇਰੀ ਕਾਹਦੀ ਹੈ, ਚੌਥੀ ਕਿਉਂ ਨਹੀਂ ਤੋੜੀ? ਕਹਿਣ ਲੱਗਾ ਇਹ ਪਰਮਾਤਮਾ ਦੀ ਹੈ, ਉਹ ਬਚਾਵੇਗਾ, ਹਰ ਜਗ੍ਹਾ ਤੇ ਬਚਾ ਲੈਂਦਾ, ਮੈਨੂੰ ਉਹਦੇ ਤੇ ਭਰੋਸਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ ਅਬ ਹਮ ਚੱਲੀ ਠਾਕੁਰ ਪਹਿ ਹਾਰ। ਦੁਨੀਆ ਵੱਲੋਂ ਹਾਰ ਕੇ ਮਾਂ ਬਾਪ ਰੱਖਿਆ ਨਹੀਂ ਕਰ ਸਕਿਆ, ਰਾਜੇ ਰੱਖਿਆ ਨਹੀਂ ਕਰ ਸਕੇ, ਪੈਗੰਬਰ ਰੱਖਿਆ ਨਹੀਂ ਕਰ ਸਕੇ। ਜਦੋਂ ਸਾਰੇ ਪਾਸੇ ਭੱਜ ਕੇ ਵੇਖ ਲਿਆ ਵੀ ਹੁਣ ਸਾਰੇ ਰਸਤੇ ਬੰਦ ਨੇ, ਦੁਨੀਆ ਦੇ ਵੱਲੋਂ ਹਾਰ ਕੇ ਹੱਥ ਖੜੇ ਕਰਕੇ ਹੁਣ ਮੈਂ ਪਰਮੇਸ਼ਰ ਦੀ ਤਰਫ ਦੌੜਿਆ ਵੀ ਉਹ ਹੈ ਮੇਰੀ ਰੱਖਿਆ ਕਰਨ ਵਾਲਾ, ਉਹ ਮੈਨੂੰ ਬਚਾ ਸਕਦਾ ਹੈ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਤੇ ਬੇਨਤੀ ਕਰਦਾ ਹਾਂ ਐ ਹਰੀ ਹਰ ਪਰਮੇਸ਼ਰ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਹੁਣ ਤੇਰੀ ਮਰਜ਼ੀ ਹੈ, ਭਾਵੇਂ ਹੱਥ ਦੇ ਕੇ ਮੇਰੀ ਰੱਖਿਆ ਕਰ ਲਓ, ਤੇਰੀ ਮਰਜ਼ੀ ਹੈ ਕਿ ਭਾਵੇਂ ਮੈਨੂੰ ਮਾਰ ਦਿਓ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਦੋਂ ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਆ ਹੀ ਗਏ ਦੁਨੀਆ ਦਾ ਆਸਰਾ ਛੱਡ ਕੇ, ਤੇ ਰਾਖ ਪ੍ਰਭੂ, ਹੁਣ ਪਰਮਾਤਮਾ ਤੇਰੀ ਮਰਜ਼ੀ ਹੈ, ਸਾਨੂੰ ਰੱਖ ਲੈ, ਭਾਵੇਂ ਮਾਰ, ਤੇਰੀ ਮਰਜ਼ੀ ਹੈ, ਭਾਵੇਂ ਕਤਲ ਕਰ ਦੇ, ਮੁਕਾ ਦੇ, ਪਰ ਮੈਂ ਦੁਨੀਆ ਦੇ ਆਸਰੇ ਛੱਡ ਕੇ ਤੇਰੇ ਕੋਲ ਆ ਗਿਆ। ਇਸ ਤਰ੍ਹਾਂ ਗੁਰਮੁਖ ਬੇਨਤੀ ਕਰਦੇ ਹਨ। ਰਾਓ
ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ। ਲੋਕਾਂ ਦੀ ਚਤੁਰਾਈ ਸਿਆਣਪ ਤੇ ਲੋਕਾਂ ਵੱਲੋਂ ਕੀਤੀ ਗਈ ਉਪਮਾ। ਤੁਸੀਂ ਇੱਕ ਕੰਮ ਚੰਗਾ ਕਰਦੇ ਹੋ, ਦੁਨੀਆ ਆਖੇਗੀ ਵਾਹ ਵਾਹ ਬਹੁਤ ਚੰਗਾ, ਇਹ ਉਪਮਾ ਸਲੌਤ ਹੋ ਗਈ। ਇੱਕ ਕੰਮ ਮਾੜਾ ਕਰਦੇ ਹੋ, ਦੁਨੀਆ ਤੁਹਾਡੀ ਨਿੰਦਿਆ ਕਰੇਗੀ। ਜਿਸ ਮੂੰਹ ਤੋਂ ਪਹਿਲਾਂ ਵਡਿਆਈ ਕੀਤੀ ਉਸੇ ਤੋਂ ਹੁਣ ਨਰਾਦਰੀ ਹੋ ਰਹੀ ਹੈ। ਮਹਾਰਾਜ ਕਹਿੰਦੇ ਇਹ ਛੱਡ ਦੇ। ਲੋਕਨ ਕੀ ਚਤੁਰਾਈ, ਵੀ ਲੋਕ ਬੜੇ ਚਲਾਕ ਨੇ, ਉਹ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ ਦੇਣਗੇ, ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਹੋ ਜਾਵੇਗਾ। ਛੱਡ ਇਹਨਾਂ ਗੱਲਾਂ ਨੂੰ। ਦੁਨੀਆ ਦੀ ਚਤੁਰਾਈ ਰੱਬ ਅੱਗੇ ਕੋਈ ਨਹੀਂ ਚੱਲਦੀ ਹੈ। ਲੋਕਨ ਕੀ ਚਤੁਰਾਈ, ਲੋਕਾਂ ਦੀ ਦਿੱਤੀ ਹੋਈ ਸਿਆਣਪ ਜਾਂ ਲੋਕਾਂ ਦੀ ਆਪਣੀ ਜਿਹੜੀ ਸਿਆਣਪ ਹੈ। ਤੇ ਉਪਮਾ ਤੋਂ ਭਾਵ ਹੁੰਦਾ ਵਡਿਆਈ। ਦੁਨੀਆ ਆਖਦੀ ਵੀ ਇਹ ਬੜਾ ਚੰਗਾ, ਬੜਾ ਪਰਉਪਕਾਰੀ ਹੈ, ਜਿਹੜੀ ਤੈਨੂੰ ਇਹ ਗੱਲ ਸੁਣਾਈ ਜਾ ਰਹੀ ਹੈ। ਤੇ ਬੈਸੰਤਰ ਜਾਰ, ਇਸ ਨੂੰ ਬ੍ਰਹਮ ਦੀ ਅੱਗ ਵਿੱਚ ਪਾ ਕੇ ਸਾੜ ਦੇ। ਬ੍ਰਹਮਾ ਰੂਪੀ ਅਗਨੀ ਦੇ ਵਿੱਚ ਸੰਸਾਰ ਦੀਆਂ ਚਤੁਰਾਈਆਂ, ਸੰਸਾਰ ਦੀਆਂ ਉਪਮਾ ਨੂੰ ਸਾੜ ਦੇ, ਖਤਮ ਕਰ ਦੇ, ਕਿਉਂਕਿ ਅੱਗ ਦਾ ਕੰਮ ਹੈ ਸਾੜਨਾ। ਤੇ ਇੱਧਰ ਕੀ ਹੈ, ਪ੍ਰਮਾਤਮਾ ਦੀ ਜਿਹੜੀ ਬੰਦਗੀ ਕਰਨੀ ਹੈ, ਬ੍ਰਹਮ ਦੀ ਪ੍ਰਾਪਤੀ ਕਰਨੀ ਹੈ, ਬ੍ਰਹਮ ਰੂਪੀ ਅੱਗ ਦੇ ਵਿੱਚ ਇਹਨਾਂ ਨੂੰ ਸਾੜ ਦੇਣਾ ਕਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਭਾਵੇਂ ਕੋਈ ਭਲਾ ਕਵੇ, ਦੁਨੀਆ ਵਿੱਚ ਇਹ ਕੰਮ ਚੰਗਾ ਕਰਾਂਗੇ, ਦੁਨੀਆ ਆਖੇਗੀ ਚੰਗਾ ਹੈ, ਭਲਾ ਹੈ, ਬੜਾ ਚੰਗਾ। ਇੱਕ ਕੰਮ ਮਾੜਾ ਹੋ ਗਿਆ, ਦੁਨੀਆ ਨੇ ਆਖਣਾ ਬਹੁਤ ਮਾੜਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਕੋਈ ਭਲਾ ਕਹੋ। ਹੁਣ ਅਸੀਂ ਜਪਦੇ ਪਏ ਹਾਂ ਨਾਮ, ਹੁਣ ਅਸੀਂ ਚੱਲ ਪਏ ਹਾਂ ਪਰਮੇਸ਼ਰ ਦੀ ਤਰਫ। ਜਿਹਦੀ ਮਰਜ਼ੀ ਹੈ ਉਹ ਸਾਨੂੰ ਭਲਾ ਚੰਗਾ ਚੰਗਾ ਕਹੀ ਜਾਵੇ, ਤੇ ਜਿਹਦੀ ਮਰਜ਼ੀ ਹੈ ਉਹ ਸਾਨੂੰ ਮਾੜਾ ਮਾੜਾ ਕਹੀ ਜਾਵੇ, ਕੋਈ ਫਰਕ ਨਹੀਂ। ਹੁਣ ਤੇ ਅਸੀਂ ਆਪਣਾ ਤਨ ਜਿਹੜਾ ਸਰੀਰ ਹੈ ਨਾ, ਪ੍ਰਮਾਤਮਾ ਨੂੰ ਸੌਂਪ ਹੀ ਦਿੱਤਾ ਹੈ, ਭੇਟ ਹੀ ਕਰ ਦਿੱਤਾ ਹੈ। ਜੇ ਕੋਈ ਮਾੜਾ ਕਹਿੰਦਾ, ਸਾਨੂੰ ਸੰਸਾਰੀ ਲੋਕਾਂ ਨੂੰ ਗੁੱਸਾ ਆਉਂਦਾ ਵੀ ਫਲਾਣੇ ਨੇ ਮੈਨੂੰ ਮਾੜਾ ਕਿਉਂ ਆਖਿਆ। ਤੇ ਸਾਹਿਬ ਕਬੀਰ ਜੀ ਕਹਿਣ ਲੱਗੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਕਰੋ ਨਿੰਦਿਆ ਭਾਈ ਜਿੰਨੇ ਕਰਨੀ ਹੈ, ਮੈਨੂੰ ਕੋਈ ਫਰਕ ਨਹੀਂ ਹੈ। ਦੁਨੀਆ ਚੰਗਾ ਕਹਿੰਦੀ ਹੈ, ਮਾੜਾ ਕਹਿੰਦੀ ਹੈ, ਕੋਈ ਫਰਕ ਨਹੀਂ। ਕੋਈ ਭਲਾ ਕਹੋ ਚਾਹੇ ਬੁਰਾ ਕਹੋ, ਕੋਈ ਮਾੜਾ ਕਹੀ ਜਾਵੇ ਮੈਨੂੰ ਰੱਬ ਦੇ ਨਾਲ ਜੁੜੇ ਨੂੰ, ਕੋਈ ਚੰਗਾ ਕਹੀ ਜਾਵੇ। ਹਮ ਤਨ ਦਿਓ ਹੈ ਢਾਰ, ਅਸੀਂ ਤੇ ਆਪਣਾ ਤਨ ਜਿਹੜਾ ਸਰੀਰ ਹੈ ਨਾ ਪ੍ਰਮਾਤਮਾ ਨੂੰ ਅਰਪਣ ਕਰ ਦਿੱਤਾ, ਸੌਂਪ ਦਿੱਤਾ ਹੈ। ਅਸੀਂ ਤੇ ਉਹਦੇ ਦਰਵਾਜ਼ੇ ਤੇ ਆ ਕੇ ਢਹਿ ਪਏ ਹਾਂ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਅਸੀਂ ਤੇ ਹੁਕਮ ਮੰਨਦੇ ਪਏ ਉਹਦੇ ਦਰਵਾਜ਼ੇ ਤੇ ਆ ਕੇ। ਹੁਣ ਭਾਵੇਂ ਕੋਈ ਚੰਗਾ ਕਵੇ ਤੇ ਭਾਵੇਂ ਕੋਈ ਮਾੜਾ ਕਵੇ, ਕਿਸੇ ਦੇ ਕਹਿਣ ਦੇ ਨਾਲ ਕੋਈ ਪਰਵਾਹ ਨਹੀਂ ਹੈ। ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੇ, ਤਿਸ ਰਾਖੋ ਕਿਰਪਾ ਧਾਰ। ਗੁਰੂ ਜੀ ਬਖਸ਼ਿਸ਼ ਕਰਦੇ ਹੈ ਅਕਾਲ ਪੁਰਖ, ਜੋ ਆਪ ਜੀ ਦੀ ਸ਼ਰਨ ਵਿੱਚ ਆ ਜਾਂਦੇ ਨੇ। ਜੋ ਆਵਤ ਸਰਨ, ਜਿਹੜਾ ਆ ਗਿਆ ਤੁਹਾਡੀ ਸ਼ਰਨ ਦੇ ਵਿੱਚ ਹੈ ਪਰਮਾਤਮਾ, ਜਿਸ ਨੇ ਦੁਨੀਆ ਦੇ ਆਸਰੇ ਛੱਡ ਕੇ ਤੇਰੀ ਸ਼ਰਨ ਨੂੰ ਗ੍ਰਹਿਣ ਕਰ ਲਿਆ, ਤੇ ਸਰਾਖੋ ਕਿਰਪਾ ਧਾਰ, ਉਹਨੂੰ ਕਿਰਪਾ ਦੇ ਹੱਥ ਦੇ ਨਾਲ ਰੱਖ ਵੀ ਲੈਂਦੇ ਹੋ, ਜਿਹੜਾ ਤੁਹਾਡੀ ਸ਼ਰਨ ਵਿੱਚ ਆ ਗਿਆ। ਸਿੰਘ ਸਰਨ ਕੱਤ ਜਾਈਐ ਜੇ ਜੰਬੁਕ ਗਰਾਸੈ। ਗੁਰਬਾਣੀ ਦਾ ਫਰਮਾਨ ਹੈ, ਜੇ ਸ਼ੇਰ ਦੇ ਕੋਲ ਜਾ ਕੇ ਵੀ ਗਿੱਦੜ ਦਾ ਡਰ ਰਹਿਣਾ ਤੇ ਫਿਰ ਸ਼ੇਰ ਕੋਲ ਜਾਣ ਦਾ ਫਾਇਦਾ ਕੀ ਹੋਇਆ। ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਫਿਰ ਸੰਸਾਰੀ ਜਿਹੜੇ ਗਿੱਦੜ ਲੋਕ ਨੇ ਨਾ, ਇਹਨਾਂ ਦੀਆਂ ਗੱਲਾਂ ਬਾਤਾਂ ਦਾ, ਤਾਨੇ ਮਿਹਣਿਆਂ ਦਾ ਕੋਈ ਅਸਰ ਨਹੀਂ ਹੈ। ਕੋਈ ਚੰਗਾ ਕਵੇ ਤੇ ਭਾਵੇਂ ਕੋਈ ਮਾੜਾ ਕਵੇ। ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਸਤਿਗੁਰੂ ਜੀ ਜੋ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ ਤੇ ਸਰਾਖੋ ਕਿਰਪਾ ਧਾਰ, ਉਹਨੂੰ ਕਿਰਪਾ ਦੇ ਹੱਥ ਨਾਲ ਰੱਖ ਹੀ ਲੈਂਦੇ ਹੋ, ਬਚਾ ਹੀ ਲੈਂਦੇ ਹੋ, ਉਹਨੂੰ ਨਸ਼ਟ ਨਹੀਂ ਹੋਣ ਦਿੰਦੇ। ਐਸੀ ਆਪ ਜੀ ਮਿਹਰ ਕਰਦੇ ਹੋ। ਜਨ ਨਾਨਕ ਸਰਨ ਤੁਮਾਰੀ ਹਰਿ ਜਿਉ, ਰਾਖੋ ਲਾਜ ਮੁਰਾਰ। ਗੁਰੂ ਜੀ ਕਹਿਣ ਲੱਗੇ ਜਨ ਨਾਨਕ ਸਰਨ ਤੁਮਾਰੀ ਹਰਿ ਜਿਉ, ਐ ਪਰਮੇਸ਼ਰ, ਐ ਸਤਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਅਬ ਰਾਖੋ ਲਾਜ ਮੁਰਾਰ, ਹੁਣ ਮੇਰੀ ਇੱਜ਼ਤ ਰੱਖੋ ਸ਼ਰਨ ਆਏ ਦੀ। ਕਿਉਂਕਿ ਜੇ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ
ਤੇ ਮੈਂ ਤੁਹਾਡਾ ਬਣ ਗਿਆ। ਹੁਣ ਜੇ ਮੇਰੀ ਕੋਈ ਨਿਰਾਦਰੀ ਕਰੇਗਾ, ਕੋਈ ਮਾੜਾ ਕਹੇਗਾ, ਤੇ ਉਹਦੀ ਲਾਜ ਵੀ ਤੁਹਾਨੂੰ ਲੱਗਣੀ ਹੈ। ਲੋਕਾਂ ਨੇ ਆਖਣਾ ਹੈ ਗੁਰੂ ਕਾ ਸਿੱਖ ਹੈ। ਮਹਾਰਾਜ ਮੇਰੀ ਲਾਜ ਇੱਜ਼ਤ ਪਾਤ ਹੁਣ ਤੁਹਾਡੇ ਹੱਥ ਵਿੱਚ ਹੈ। ਕਿਰਪਾ ਕਰਕੇ ਮੈਨੂੰ ਰੱਖ ਲਓ, ਮੇਰੇ ਤੇ ਕਿਰਪਾ ਕਰੋ। ਬੇਅੰਤ ਸਾਖੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਗੁਰੂ ਕਿਆ ਸਿੱਖਾਂ ਨੇ ਲੋੜ ਪੈਣ ਤੇ, ਮੁਸੀਬਤ ਪੈਣ ਤੇ ਗੁਰੂ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਹੁਣ ਤੁਹਾਡੇ ਬਿਨਾਂ ਕੋਈ ਨਹੀਂ ਹੈ, ਤੇ ਮੇਰੀ ਰੱਖਿਆ ਕਰੋ, ਮੇਰੀ ਇੱਜ਼ਤ ਰੱਖੋ। ਤੇ ਰੱਖੀ ਵੀ ਗਈ ਹੈ, ਢੱਕੀ ਵੀ ਗਈ ਹੈ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ, ਜਾਂ ਨਾਨਕ ਸਰਨ ਤੁਮਾਰੀ ਹਰਿ ਜੀਓ, ਜਿਹੜੇ ਆਪ ਜੀ ਦੀ ਸ਼ਰਨ ਵਿੱਚ ਆਏ ਨੇ, ਰੱਖੋ ਲਾਜ ਮਰਾਰ। ਆਪ ਜੀ ਉਹਨਾਂ ਦੀ ਲਾਜ ਵੀ ਰੱਖ ਲੈਂਦੇ, ਇੱਜ਼ਤ ਵੀ ਰੱਖ ਲੈਂਦੇ ਹੋ। ਦੇਵ ਗੰਧਾਰੀ ਹਰ ਗੁਣ ਗਾਵੇ, ਹਉ ਤਿਸ ਬਲਹਾਰੀ। ਜਿਹੜਾ ਗੁਰਮੁਖ ਨਾਮ ਜਪਦਾ, ਸਤਿਗੁਰੂ ਕਹਿੰਦੇ ਉਹਦੇ ਤੋਂ ਅਸੀਂ ਕੁਰਬਾਨ ਜਾਈਏ। ਹਰ ਗੁਣ ਗਾਵੇ, ਜਿਹੜਾ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ, ਐਸਾ ਜਿਹੜਾ ਵਿਅਕਤੀ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਹਉ ਤਿਸ ਬਲਿਹਾਰੀ, ਮੈਂ ਉਹਦੇ ਤੋਂ ਕੁਰਬਾਨ ਜਾਂਦਾ, ਸਦਕੇ ਜਾਂਦਾ। ਵਾਰ ਨੇ ਬਲਹਾਰ ਨੇ ਲੱਖ ਬਰੀਆ, ਇੱਕ ਵਾਰੀ ਨਹੀਂ ਕਈ ਵਾਰੀ ਉਹਦੇ ਤੋਂ ਕੁਰਬਾਨ ਜਾਈਏ ਜਿਹੜੇ ਉਸ ਦੇ ਨਾਮ ਨੂੰ ਜਪਦੇ ਹਨ। ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ, ਜਿਸ ਹਿਰਦੇ ਨਾਮ ਮੁਰਾਰੀ। ਗੁਰੂ ਜੀ ਬਖਸ਼ਿਸ਼ ਕਰਦੇ, ਜਿਹੜੇ ਸਤਿਗੁਰੂ ਪਾਤਸ਼ਾਹ ਹਨ, ਉਹਨਾਂ ਦੇ ਦਰਸ਼ਨਾਂ ਦੇ ਵਿੱਚ ਐਸੀ ਦਾਤ ਹੈ, ਕਿਉਂਕਿ ਗੁਰੂ ਦੇ ਕੋਲ ਜਾਂ ਗੁਰੂ ਦੇ ਹਿਰਦੇ ਵਿੱਚ ਮੁਰਾਰੀ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ, ਜਿਸ ਗੁਰੂ ਦੇ ਹਿਰਦੇ ਵਿੱਚ ਮੁਰਾਰੀ ਕਹੀਏ ਪਰਮੇਸ਼ਰ ਦਾ ਨਾਮ ਹੈ, ਐਸੇ ਗੁਰੂ ਦੇ ਦਰਸ਼ਨ ਕਰਕੇ ਤੇ ਮੇਰਾ ਜਿਉਣਾ ਹੁੰਦਾ ਹੈ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਿਸ ਨੇ ਸਤਿਪੁਰਖ ਕਹੀਏ ਪਰਮੇਸ਼ਰ ਨੂੰ ਜਾਣਿਆ ਹੈ। ਗੁਰੂ ਕੌਣ ਹੈ? ਗੁਰੂ ਸ਼ਬਦ ਤੇ ਹਰੇਕ ਹੀ ਆਪਣੇ ਨਾਲ ਲਵਾ ਲੈਂਦਾ, ਮੈਂ ਫਲਾਣਾ ਗੁਰੂ ਹਾਂ, ਮੈਂ ਫਲਾਣਾ ਗੁਰੂ ਹਾਂ। ਪਾਤਸ਼ਾਹ ਕਹਿਣ ਲੱਗੇ, ਇਹ ਸੰਸਾਰੀ ਜਿਹੜੇ ਗੁਰੂ ਨੇ, ਇਹਨਾਂ ਦੀ ਬਾਤ ਨਹੀਂ ਹੈ। ਅਸੀਂ ਉਸ ਗੁਰੂ ਦੀ ਬਾਤ ਕਰਦੇ ਪਏ ਹਾਂ। ਸਤਿਪੁਰਖ ਜਿਨ ਜਾਣਿਆ, ਜਿਸ ਨੇ ਅਕਾਲ ਪੁਰਖ ਨੂੰ ਜਾਣਿਆ। ਸਤਿਗੁਰ ਤਿਸ ਕਾ ਨਾਉ, ਅਸਲ ਵਿੱਚ ਗੁਰੂ ਨਾਮ ਉਹਦਾ ਹੈ, ਪਰਮੇਸ਼ਰ ਨੂੰ ਜਾਣਨ ਵਾਲੇ ਦਾ। ਤੇ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਦਾ ਜਿਹੜਾ ਗੁਰੂ ਹੈ, ਜਿਹੜੇ ਹਿਰਦੇ ਵਿੱਚ ਉਸ ਦਾ ਨਾਮ ਹੈ, ਐਸੇ ਗੁਰੂ ਦੇ ਦਰਸ਼ਨਾਂ ਨੂੰ ਵੇਖ ਵੇਖ ਕੇ ਤੇ ਸਾਡਾ ਜਿਉਣਾ ਹੁੰਦਾ ਹੈ, ਦਰਸ਼ਨ ਕਰਕੇ ਸਾਡਾ ਜਿਉਣਾ ਹੁੰਦਾ ਹੈ। ਰਹਾਉ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ, ਹਮ ਕਿਉਂ ਕਰ ਮਿਲੋ ਜੁਠਾਰੀ। ਗੁਰੂ ਕਹਿਣ ਲੱਗੇ, ਪਰਮਾਤਮਾ ਜੀ ਤੁਸੀਂ ਪਵਿੱਤਰ ਪਾਵਨ ਪੁਰਖ ਹੋ। ਐ ਪ੍ਰਭੂ ਤੁਸੀਂ ਪਵਿੱਤਰ ਤੇ ਪਾਵਨ ਪੁਰਖ ਹੋ, ਇੰਨੇ ਪਵਿੱਤਰ ਹੋ, ਹਮ ਕਿਉਂ ਕਰ ਮਿਲਾ, ਮੈਂ ਤੁਹਾਨੂੰ ਕਿਵੇਂ ਮਿਲ ਸਕਦਾ ਹਾਂ। ਕਿਉਂ? ਕਿਉਂਕਿ ਹਮ ਜੂਠਾਰੀ, ਅਸੀਂ ਤੇ ਝੂਠੇ ਹਾਂ, ਅਸੀਂ ਤੇ ਅਪਵਿੱਤਰ ਹਾਂ, ਅਸੀਂ ਤੇ ਗੰਦੇ ਹਾਂ, ਮਲੀਨ ਹਾਂ, ਸਾਡੇ ਵਿੱਚ ਕਾਮ ਦੀ ਮੈਲ ਹੈ, ਕ੍ਰੋਧ ਦੀ ਮੈਲ ਹੈ, ਅਸੀਂ ਤੇ ਵਿਕਾਰਾਂ ਕਰਕੇ ਝੂਠੇ ਹੋ ਚੁੱਕੇ ਹਾਂ। ਜਾਂ ਅਸੀਂ ਪ੍ਰਤੱਖ ਵੀ ਸੰਸਾਰ ਦੀ ਝੂਠ ਖਾਂਦੇ ਹਾਂ, ਛੱਡਦੇ ਕੁਝ ਨਹੀਂ ਹਾਂ, ਝੂਠ ਮੀਠ ਜੋ ਮਿਲੇ ਖਾ ਜਾਈਦੀ ਹੈ। ਅਸੀਂ ਇੰਨੇ ਝੂਠੇ ਹਾਂ ਵੀ ਝੂਠਾ ਪਦਾਰਥ ਵੀ ਖਾਣੋਂ ਹਟਦੇ ਨਹੀਂ, ਇੰਨੇ ਝੂਠੇ ਹਾਂ ਕਿ ਪਰਮਾਤਮਾ ਤੇਰੇ ਨਾਮ ਨੂੰ ਕਦੇ ਜਪਦੇ ਨਹੀਂ, ਵਿਕਾਰਾਂ ਨੇ ਸਾਨੂੰ ਝੂਠੇ ਕੀਤਾ ਹੋਇਆ। ਤੇ ਸਤਿਗੁਰੂ ਪਾਤਸ਼ਾਹ ਜੀ ਤੁਹਾਨੂੰ ਕਿਵੇਂ ਮਿਲੀਏ? ਤੁਸੀਂ ਤੇ ਹੋ ਪਵਿੱਤਰ, ਤੁਸੀਂ ਤੇ ਹੋ ਪਾਵਨ, ਤੁਸੀਂ ਪਵਿੱਤਰ ਤੇ ਪਾਵਨ ਹੋ, ਅਸੀਂ ਆ ਝੂਠੇ ਵਿਕਾਰਾਂ ਦੇ ਨਾਲ, ਔਰ ਪ੍ਰਤੱਖ ਵੀ ਦੁਨੀਆ ਦੀ ਮੈਲ ਖਾਂਦੇ, ਝੂਠ ਖਾਂਦੇ। ਜਿਉਂ ਕੂਕਰ ਝੂਠਨ ਮਹਿ ਪਾਏ, ਜਿਵੇਂ ਕੁੱਤਾ ਝੂਠੇ ਭਾਂਡੇ ਵਿੱਚ ਵਾਰ-ਵਾਰ ਮੂੰਹ ਪਾ ਕੇ ਚੱਟਦਾ, ਤੇ ਸੁਭਾਅ ਸਾਡਾ ਵੀ ਕੁੱਤੇ ਵਰਗਾ ਹੀ, ਅਸੀਂ ਵੀ ਤੇ ਚੱਟਦੇ ਪਏ ਨਾ, ਬਾਜ਼ਾਰਾਂ ਵਿੱਚ ਜਾ ਕੇ ਝੂਠ ਮੀਠ ਲੋਕਾਂ ਦੀ ਖਾ ਜਾਈਦੀ ਹੈ, ਪੈਲਸਾਂ ਵਿੱਚ ਜਾ ਕੇ ਝੂਠੀਆਂ ਪਲੇਟਾਂ ਵਿੱਚ ਜਾ ਕੇ ਖਾ ਜਾਈਦਾ, ਝੂਠਾ ਤੇ ਅਸੀਂ ਵੀ ਖਾਂਦੇ ਪਏ, ਅਸੀਂ ਤੇ ਝੂਠੇ ਲੋਕ ਆ। ਪਰਮਾਤਮਾ ਜੀ ਤੁਸੀਂ ਪਵਿੱਤਰ ਹੋ, ਤੇ ਤੁਹਾਨੂੰ ਕਿਵੇਂ ਕਰਕੇ ਮਿਲ ਸਕਦੇ ਹਾਂ। ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਬਸ ਨਹੀਂ, ਹਮਰੇ ਜੀ, ਸਾਡੇ ਜੀ ਕਹੀਏ, ਹਿਰਦੇ ਵਿੱਚ ਕੁਝ ਹੋਰ ਹੈ, ਮੁਖ ਹੋਰ ਹੋਤ ਹੈ, ਤੇ ਮੂੰਹ ਦੇ ਵਿੱਚ ਕੁਝ ਹੋਰ ਹੈ।
ਮੂੰਹ ਤੋਂ ਅਸੀਂ ਆਖਦੇ ਹਾਂ ਗੁਰੂ ਬੜਾ ਚੰਗਾ, ਗੁਰਦੁਆਰਾ ਬੜਾ ਚੰਗਾ, ਪ੍ਰਬੰਧ ਬੜਾ ਚੰਗਾ, ਨਾਮ ਬੜਾ ਚੰਗਾ, ਬਾਣੀ ਬੜੀ ਚੰਗੀ ਹੈ, ਬੜਾ ਕੁਝ ਆਖਦੇ, ਪਰ ਅੰਦਰ ਮੰਨਦੇ ਨਹੀਂ ਇਹ ਠੀਕ ਨਹੀਂ ਹੈ, ਇਹ ਚੰਗਾ ਨਹੀਂ ਹੈ। ਮੂੰਹੋਂ ਕੁਝ ਹੋਰ ਹੈ, ਜ਼ੁਬਾਨੋਂ ਕੁਝ ਹੋਰ ਹੈ। ਤੇ ਭਗਤ ਜੀ ਕਹਿਣ ਲੱਗੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਉਹ ਤੇ ਕੱਚੇ ਨੇ, ਮੂੰਹੋਂ ਕੁਝ ਨਿਕਲਿਆ, ਜ਼ੁਬਾਨੋਂ ਕੁਝ ਨਿਕਲਿਆ। ਅੰਦਰੋਂ ਤੇ ਸੋਚਦਾ ਪਿਆ ਵੀ ਇਹ ਮੈਨੂੰ ਦਿਸਣਾ ਨਹੀਂ ਸੀ ਚਾਹੀਦਾ, ਬਰਬਾਦ ਹੋ ਜਾਵੇ, ਨਸ਼ਟ ਹੋ ਜਾਵੇ, ਭੱਜ ਜਾਵੇ, ਉਜੜ ਜਾਵੇ, ਦੁਖੀ ਹੋ ਜਾਵੇ। ਬਾਹਰੋਂ ਕਹਿੰਦਾ ਵੀ ਤੂੰ ਬੜਾ ਗੁਰਮੁਖ ਹੈ, ਬੜਾ ਚੰਗਾ। ਸਤਿਗੁਰੂ ਕਹਿਣ ਲੱਗੇ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ। ਸਾਡੇ ਮੂੰਹ ਦੇ ਵਿੱਚ ਕੁਝ ਹੋਰ ਹੈ, ਸਾਡੇ ਹਿਰਦੇ ਦੇ ਵਿੱਚ ਕੁਝ ਹੋਰ ਹੈ। ਤੇ ਪਾਤਸ਼ਾਹ ਕਹਿਣ ਲੱਗੇ ਹਮ ਕਰਮਹੀਨ ਕੁੜਿਆਰੀ, ਅਸੀਂ ਤੇ ਕੁੜਿਆਰ ਝੂਠੇ ਹਾਂ ਤੇ ਕਰਮਾਂ ਤੋਂ ਹੀਣੇ ਆ। ਇਹ ਕਰਮਾਂ ਤੋਂ ਹੀਣਿਆਂ ਦੀ ਨਿਸ਼ਾਨੀ ਹੁੰਦੀ ਹੈ। ਕਈ ਵਾਰੀ ਅਸੀਂ ਸੋਚਦੇ ਵੀ ਮੇਰੇ ਮਨ ਦੀ ਦਾ ਗੱਲ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ, ਮੇਰੇ ਮਨ ਵਿੱਚ ਕੀ ਚੱਲਦਾ ਪਿਆ, ਮੈਂ ਤੇ ਬੜਾ ਚਤੁਰਾਈਆਂ ਚੁਲਾਕੀਆਂ ਕਰਨੀਆਂ ਜਾਣਦਾ। ਪਰ ਮਹਾਰਾਜ ਕਹਿਣ ਲੱਗੇ ਇਹ ਕਰਮਾਂ ਤੋਂ ਹੀਣੇ ਮਨੁੱਖ ਦੀ ਨਿਸ਼ਾਨੀ ਹੈ। ਜਿਹਦੇ ਮਾੜੇ ਕਰਮ ਨੇ ਨਾ, ਝੂਠਾ ਕੁੜਿਆਰ ਹੈ, ਉਹ ਮੂੰਹੋਂ ਕੁਝ ਹੋਰ ਆਖਦਾ, ਅੰਦਰੋਂ ਦੇ ਕੁਝ ਹੋਰ ਭਰਿਆ ਹੋਇਆ। ਅੰਦਰੋਂ ਚਾਹੁੰਦਾ ਵੀ ਇਹ ਖਤਮ ਹੋ ਜਾਵੇ, ਬਾਹਰੋਂ ਕਹਿੰਦਾ ਵੀ ਤੂੰ ਚੰਗਾ ਬੜਾ। ਐਸੇ ਲੋਕ ਕੁੜਿਆਰ ਝੂਠੇ ਨੇ, ਕਰਮਾਂ ਤੋਂ ਹੀਣੇ ਨੇ, ਜਿਨ੍ਹਾਂ ਦੀ ਐਸੀ ਬਿਰਤੀ ਬਣੀ ਹੋਈ ਹੈ। ਹਮਰੇ ਮੁਦਰ ਨਾਮ ਹਰ ਸੁਆਮੀ, ਹਿਰਦ ਅੰਤਰ ਦੁਸ਼ਟ ਦੁਸ਼ਟਾਰੀ। ਪਾਤਸ਼ਾਹ ਜੀਓ, ਆਪ ਜੀ ਦਾ ਜਿਹੜਾ ਨਾਮ ਹੈ ਨਾ, ਉਹ ਸਾਡੇ ਵਾਸਤੇ ਮੁੰਦਰ ਕੀ ਹੈ? ਸਾਡੇ ਵਾਸਤੇ ਇੱਕ ਬਹਾਨਾ ਹੈ। ਅਸਲ ਵਿੱਚ ਨਾਮ ਜਪਣਾ ਨਹੀਂ ਚਾਹੁੰਦੇ, ਪਰ ਬਹਾਨਾ ਬਣਾਇਆ ਵੀ ਜੇ ਮੈਂ ਦੁਨੀਆ ਨੂੰ ਵੇਖ ਕੇ ਮੂੰਹ ਹਿਲਾਵਾਂਗਾ ਤੇ ਦੁਨੀਆ ਆਖੇਗੀ ਇਹ ਤੇ ਬੜੀ ਬਾਣੀ ਪੜ੍ਹਦਾ ਹੈ। ਕੋਈ ਮੇਰੇ ਕੋਲੋਂ ਲੰਘੇਗਾ, ਮੈਂ ਰਾਮ ਰਾਮ ਕਹਾਂਗਾ ਤੇ ਦੁਨੀਆ ਆਖੇਗੀ ਵੀ ਇਹ ਰਾਮ ਰਾਮ ਬੜਾ ਕਰਦਾ ਹੈ। ਇਹ ਮੁੰਦਰ ਕਹੀਏ ਸਾਡੇ ਕੋਲ ਇੱਕ ਬਖਾਨਾ ਹੈ, ਵਿਖਾਵਾ ਹੈ, ਵਿਖਾਉਣ ਵਾਸਤੇ। ਬਚਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ। ਮਹਾਰਾਜ ਕਹਿਣ ਲੱਗੇ ਹਮਰੀ ਮੁੰਦਰ ਨਾਮ ਹਰ ਸੁਆਮੀ। ਜੇ ਤੇਰਾ ਅਸੀਂ ਨਾਮ ਜਪਦੇ ਵੀ ਹਾਂ ਨਾ, ਗੁਟਕਾ ਸਾਹਿਬ ਲੈ ਕੇ, ਮਾਲਾ ਹੱਥ ਵਿੱਚ ਲੈ ਕੇ, ਤੇ ਉਹ ਵੀ ਇੱਕ ਵਿਖਾਵਾ ਹੈ ਸਾਡੇ ਵਾਸਤੇ ਵੀ ਦੁਨੀਆ ਵੇਖੇ ਵੀ ਮੈਂ ਪਾਠ ਕਰਦਾ ਪਿਆ, ਦੁਨੀਆ ਮੇਰੀ ਫੋਟੋ ਵੇਖੇ, ਮੇਰੀ ਤਸਵੀਰ ਵੇਖੇ ਵੀ ਮੈਂ ਬਾਣੀ ਪੜ੍ਹਦਾ ਪਿਆ। ਇਹ ਵਿਖਾਵਾ ਹੈ। ਰਿਦ ਅੰਤਰ ਦੁਸ਼ਟ ਦੁਸ਼ਟਾਰੀ, ਪਰ ਅੰਦਰ ਹਿਰਦੇ ਵਿੱਚ ਕਿੰਨੀ ਦੁਸ਼ਟਤਾਈ ਹੈ ਇਹ ਮੈਂ ਕਿਸੇ ਨੂੰ ਨਹੀਂ ਵਿਖਾਉਣਾ ਚਾਹੁੰਦਾ। ਜਿੰਨਾ ਪਾਪੀ ਵੱਡਾ ਹਾਂ, ਜਿੰਨਾ ਝੂਠਾ ਵੱਡਾ ਹਾਂ, ਜਿੰਨਾ ਮਾੜੇ ਕਰਮ ਕਰਨ ਵਾਲਾ ਵੱਡਾ ਹਾਂ, ਉਨਾ ਹੀ ਬਾਹਰ ਦੁਨੀਆ ਨੂੰ ਧਾਰਮਿਕ ਬਣ ਕੇ ਵਿਖਾਉਂਦਾ ਪਿਆ ਵੀ ਵੇਖੋ ਮੈਂ ਧਾਰਮਿਕ ਹਾਂ, ਮੈਂ ਤੇ ਬਾਣੀ ਪੜ੍ਹਦਾ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਿਦ ਅੰਤਰ ਦੁਸ਼ਟ ਦੁਸ਼ਟਾਰੀ, ਅੰਦਰੋਂ ਤੇ ਦੁਸ਼ਟ ਹੈ, ਪਾਪੀ ਹੈ, ਵਿਕਾਰੀ ਹੈ, ਪਰ ਬਾਹਰੋਂ ਨਾਮ ਦੀ ਨਿਸ਼ਾਨੀ ਵਿਖਾਉਂਦਾ ਵੀ ਆ ਮੇਰੇ ਕੋਲ ਨਾਮ ਦੀ ਇੱਕ ਮੁਦਰਾ ਹੈ, ਨਾਮ ਦੀ ਮੇਰੇ ਕੋਲ ਮੋਹਰ ਹੈ। ਵੇਖੋ ਮੈਂ ਨਾਮ ਜਪਦਾ ਪਿਆ, ਦੁਨੀਆ ਨੂੰ ਬਾਹਰੋਂ ਇਸ ਤਰ੍ਹਾਂ ਬੋਲ ਬੋਲ ਕੇ ਦੱਸਦਾ ਹੈ। ਜੋ ਭਾਵੈ ਤਿਉ ਰਾਖੋ ਸੁਆਮੀ, ਜਨ ਨਾਨਕ ਸ਼ਰਨ ਤੁਮਾਰੀ। ਜੀ ਜਿਵੇਂ ਤੁਹਾਨੂੰ ਭਾਉਂਦਾ ਹੈ ਮੈਨੂੰ ਰੱਖ ਲਓ, ਮੈਂ ਤੇ ਸ਼ਰਨ ਵਿੱਚ ਆ ਗਿਆ। ਹਾਲਤ ਮੇਰੀ ਕੀ ਹੈ ਉਹ ਮੈਂ ਦੱਸ ਦਿੱਤੀ ਹੈ ਵੀ ਮੈਂ ਬਾਣੀ ਪੜ੍ਹਦਾ ਕੋਈ ਨਹੀਂ, ਦੁਨੀਆ ਨੂੰ ਵਿਖਾਉਂਦਾ ਹਾਂ, ਅੰਦਰੋਂ ਆ ਮੈਂ ਦੁਸ਼ਟ, ਅੰਦਰੋਂ ਤੇ ਕਰਦਾ ਮਾੜੇ ਕਰਮ, ਪਰ ਬਾਹਰੋਂ ਪੜ੍ਹ ਕੇ ਵਿਖਾਉਂਦਾ ਹਾਂ। ਮੇਰੇ ਮੂੰਹ ਵਿੱਚ ਕੁਝ ਹੋਰ ਹੈ, ਮੇਰੇ ਹਿਰਦੇ ਵਿੱਚ ਕੁਝ ਹੋਰ ਹੈ। ਇਹ ਔਗਣ ਤੇ ਮੇਰੇ ਵਿੱਚ ਨੇ, ਪਰ ਜਨ ਨਾਨਕ ਸ਼ਰਨ ਤੁਮਾਰੀ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ। ਜਿਉਂ ਭਾਵੈ ਤਿਉਂ ਰਾਖ ਹਰ ਸੁਆਮੀ, ਜਿਵੇਂ ਤੈਨੂੰ ਭਾਉਂਦਾ ਮੈਨੂੰ ਰੱਖ ਲੈ, ਰੱਖ ਲੈ, ਮੇਰੇ ਤੇ ਕਿਰਪਾ ਕਰ। ਦੇਵ ਗੰਧਾਰੀ ਹਰ ਕੇ ਨਾਮ, ਬਿਨਾ ਸੁੰਦਰ ਹੈ ਨਕਟੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਾ ਭਾਵੇਂ ਕਿੰਨਾ ਵੀ ਸੋਹਣਾ ਕਿਉਂ ਹੋਵੇ, ਕਿਉਂ ਨਾ ਹੋਵੇ, ਪਰ ਜੇ ਨੱਕ ਕੱਟਿਆ ਹੋਇਆ ਨਾ, ਨੱਕ ਵੱਢਿਆ ਹੋਇਆ, ਤੇ ਸੋਹਣੇ ਤੋਂ ਸੋਹਣਾ ਬੰਦਾ ਵੀ ਕਰੂਪ ਹੀ ਲੱਗਦਾ। ਨੱਕ ਵੱਢਿਆ ਜਾਵੇ ਤੇ ਸੋਹਣਾ ਵੀ ਕਰੂਪ ਹੋ ਜਾਂਦਾ ਹੈ। ਜਿਵੇਂ ਰਾਵਣ ਦੀ ਭੈਣ ਦਾ ਇਤਿਹਾਸ ਪੜ੍ਹੀਏ ਤੇ ਕਹਿਣ ਲੱਗੇ ਸੂਪ ਨਖਾ ਉਹਦਾ ਨਾਮ ਹੈ, ਤੇ ਉਹਦਾ ਨਾਮ ਹੀ ਤਾਂ ਹੀ ਰੱਖਿਆ ਗਿਆ ਵੀ ਨੱਕ ਬੜਾ ਸੋਹਣਾ ਸੀ।
ਤੇ ਲਛਮਣ ਨੇ ਉਹ ਨੱਕ ਵੱਢਿਆ ਸੀ ਤੇ ਉਹ ਸੂਰਤ ਤੋਂ, ਖੂਬਸੂਰਤ ਤੋਂ ਬਦਸੂਰਤ ਹੋ ਗਈ, ਜਿਸ ਕਰਕੇ ਰਾਮ ਤੇ ਰਾਵਣ ਦਾ ਜੰਗ ਹੋਇਆ। ਰੋ ਵਿਚਾਰ। ਪਾਤਸ਼ਾਹ ਕਹਿਣ ਲੱਗੇ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਭਾਵੇਂ ਕਿੰਨਾ ਵੀ ਸੋਹਣਾ ਹੋਵੇ, ਨੱਕ ਵੱਢਿਆ ਜਾਵੇ, ਉਹ ਸੋਹਣਾ ਨਹੀਂ ਰਹਿ ਜਾਂਦਾ। ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਜਿਨ੍ਹਾਂ ਦੇ ਕੋਲ ਪਰਮੇਸ਼ਰ ਦੇ ਨਾਮ ਰੂਪੀ ਨੱਕ ਨਹੀਂ ਹੈ, ਨਾਮ ਜਿਨ੍ਹਾਂ ਦੇ ਕੋਲ ਨਹੀਂ ਹੈ, ਜਿਨ੍ਹਾਂ ਦੇ ਕੋਲ ਜਸ ਰੂਪੀ ਨੱਕ ਨਹੀਂ ਹੈ, ਉਹ ਭਾਵੇਂ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ, ਨਾਮ ਤੋਂ ਬਿਨਾਂ ਤੇ ਉਹ ਕਹੀਏ ਭ੍ਰਿਸ਼ਟ ਹੈ, ਕਰੂਪ ਹੈ। ਨਾਮ ਤੋਂ ਬਿਨਾਂ ਕੋਈ ਬਹੁਤਾ ਸੁੰਦਰ ਨਹੀਂ ਹੈ। ਜਿਉ ਬੇਸਵਾ ਕੇ ਘਰ ਪੂਤ ਜਮਤ ਹੈ, ਤਿਸਕਾ ਨਾਮ ਪਰਿਓ ਹੈ ਤਰਕਤੀ। ਗੁਰੂ ਕਹਿਣ ਲੱਗੇ ਜੇ ਵੇਸਵਾ ਇੱਕ ਪੁੱਤਰ ਨੂੰ ਜਨਮ ਦੇ ਦੇਵੇ, ਉਹ ਪੁੱਤਰ ਸੰਸਾਰ ਵਿੱਚ ਤੇ ਆ ਗਿਆ। ਜਿਉਂ ਵੇਸਵਾ ਕੇ ਪੂਤ ਜਮਤ ਹੈ, ਵੇਸਵਾ ਦੇ ਘਰ ਵਿੱਚ ਪੁੱਤਰ ਤੇ ਜੰਮ ਪਿਆ, ਪਰ ਉਸ ਪੁੱਤਰ ਦੇ ਨਾਮ ਦੇ ਨਾਲ ਪਿਤਾ ਦੀ ਧਿਰ ਕੱਟੀ ਗਈ। ਉਹ ਦੱਸ ਨਹੀਂ ਸਕਦਾ ਕਿ ਫਲਾਣਾ ਮੇਰਾ ਬਾਪ ਹੈ। ਕੀ ਕਹੇਗਾ ਦੁਨੀਆ ਨੂੰ ਕਿ ਮੈਂ ਕਿਹਦਾ ਪੁੱਤਰ ਹਾਂ? ਮਾਂ ਨੇ ਤੇ ਜਨਮ ਦੇ ਦਿੱਤਾ, ਪਰ ਬਾਪ ਕੌਣ ਹੈ ਵੇਸਵਾ ਦਾ ਪੁੱਤਰ ਦੱਸ ਨਹੀਂ ਸਕਦਾ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਉਹ ਜਿਹੜਾ ਵਿਅਕਤੀ ਹੈ ਜਿਹਦੇ ਕੋਲ ਬਾਪ ਦਾ ਨਾਮ ਨਹੀਂ, ਉਹਨੂੰ ਦੁਨੀਆ ਕੀ ਕਹਿੰਦੀ ਹੈ? ਐਸੀ ਉਸ ਹਾਲਤ ਉਸ ਬਾਲਕ ਦੀ ਹੈ ਜਿਸ ਨੇ ਵੇਸਵਾ ਦੀ ਕੁੱਖ ਤੋਂ ਜਨਮ ਤਾਂ ਲੈ ਲਿਆ, ਪਰ ਪਿਤਾ ਦਾ ਨਾਮ ਦੁਨੀਆ ਨੂੰ ਦੱਸ ਨਹੀਂ ਸਕਿਆ, ਕਿਉਂਕਿ ਪਿਤਾ ਦੇ ਨਾਮ ਵੱਲੋਂ ਧਿਰ ਕੱਟੀ ਗਈ ਹੈ। ਪਿਤਾ ਦੇ ਨਾਮ ਦਾ ਮਗਰ ਕੋਈ ਉਹਦੇ ਵਿਸ਼ੇਸ਼ਣ ਨਹੀਂ ਲੱਗਦਾ ਵੀ ਇਹ ਫਲਾਣੇ ਦਾ ਪੁੱਤਰ ਹੈ। ਉਸ ਨੂੰ ਹਰਾਮ ਦੀ ਔਲਾਦ ਕਿਹਾ ਜਾਂਦਾ ਵੀ ਇਹ ਤੇ ਇਹ ਹੈ, ਕਿਉਂਕਿ ਪਿਤਾ ਦੇ ਨਾਮ ਤੋਂ ਸਖਣਾ ਹੈ। ਰਹਾਉ ਜਿਨ ਕੈ ਹਿਰਦੇ ਨਾਹੀ ਹਰ ਸੁਆਮੀ, ਤੇ ਬਿਗੜ ਰੂਪ ਬੇਰਕਤੀ। ਕਹਿਣ ਲੱਗੇ ਪ੍ਰਮਾਤਮਾ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ, ਨਾਮ ਨਹੀਂ, ਜਿਵੇਂ ਵੇਸਵਾ ਦੇ ਪੁੱਤਰ ਦੇ ਕੋਲ ਪਿਤਾ ਦਾ ਨਾਮ ਨਹੀਂ, ਸੰਸਾਰ ਦੇ ਲੋਕਾਂ ਦੇ ਕੋਲ ਤੇਰੀ ਬੰਦਗੀ ਦਾ ਨਾਮ ਨਹੀਂ ਹੈ। ਉਹ ਲੋਕ ਵਿਗੜੇ ਹੋਏ ਤੇ ਵਿਰਕਤੀ ਕਹੀਏ ਕੋੜਿਆਂ ਵਰਗੇ ਨੇ। ਕੋੜੇ ਦੇ ਕੋਲ ਜਾਣ ਨੂੰ ਜੀ ਨਹੀਂ ਕਰਦਾ, ਕੋੜੇ ਨੂੰ ਭਿਆਨਕ ਬਿਮਾਰੀ ਲੱਗੀ ਹੋਈ ਹੈ। ਜਿਵੇਂ ਵੇਸਵਾ ਦੇ ਪੁੱਤਰ ਦੇ ਕੋਲ ਬਾਪ ਦਾ ਨਾਮ ਨਹੀਂ ਹੈ, ਸੰਸਾਰ ਦੇ ਵਿੱਚ ਪਾਪੀ ਦੇ ਕੋਲ ਰੱਬ ਦਾ ਨਾਮ ਨਹੀਂ ਹੈ, ਉਹ ਤੇ ਵਿਗੜਿਆ ਹੋਇਆ ਵਿਕਰਾਲ ਹੈ, ਅਤੇ ਕਹਿ ਲਈਏ ਵਿਰਕਤੀ, ਉਹ ਤੇ ਕੋੜਿਆਂ ਵਰਗਾ ਹੈ। ਐਸੀ ਉਸ ਦੀ ਹਾਲਤ ਹੈ। ਜੋ ਨਿਗੁਰਾ ਬਹੁ ਬਾਤਾਂ ਜਾਣੈ, ਉਹ ਦਰਗਾਹ ਉਹ ਹਰ ਦਰਗਾਹ ਹੈ ਪ੍ਰਸਤੀ। ਨਿਗੁਰਾ ਬੰਦਾ ਹੁੰਦਾ ਨਾ, ਜਿਹਨੇ ਗੁਰੂ ਨਹੀਂ ਬਣਾਇਆ, ਉਹ ਗੱਲਾਂ ਕਰਨੀਆਂ ਬੜੀਆਂ ਜਾਣਦਾ। ਕਿਸੇ ਗੁਰਮੁਖ ਦੇ ਕੋਲ ਬਹੁਤੀ ਗੱਲ ਕਰਨ ਦਾ ਸਮਾਂ ਨਹੀਂ, ਉਹ ਸੋਚਦਾ ਬੰਦਗੀ ਕਰਾਂ ਜਿਹਦੇ ਵਾਸਤੇ ਜਨਮ ਮਿਲਿਆ। ਗੁਰਮੁਖ ਨੇ ਤੇ ਆਪਣਾ ਸਮਾਂ ਲਾਤਾ ਬੰਦਗੀ ਵੱਲ, ਤੇ ਮਨਮੁਖ ਬੰਦਾ ਉਹਦੇ ਕੋਲ ਬੈਠ ਦੋ ਸਵੇਰ ਤੋਂ ਸ਼ਾਮ ਤੱਕ ਬੋਲੀ ਜਾਏਗਾ, ਬੋਲੀ ਜਾਏਗਾ। ਆਹ ਉਦਾਹਰਨ ਦੇਤੀ, ਉਹ ਗੱਲ ਸੁਣਾਤੀ, ਗੱਲਾਂ ਕਰਨੀਆਂ ਬੜੀਆਂ ਜਾਣਦਾ, ਗੱਲਾਂ ਤੋਂ ਨਹੀਂ ਹਾਰੇਗਾ ਕਿਸੇ ਦੇ ਕੋਲ। ਮਹਾਰਾਜ ਕਹਿਣ ਲੱਗੇ ਜਿਉਂ ਨਿਗੁਰਾ ਬਹੁ ਬਾਤਾਂ ਜਾਣੇ, ਨਿਗੁਰਾ ਬੰਦਾ ਜਿਹਨੇ ਗੁਰੂ ਧਾਰਨ ਨਹੀਂ ਕੀਤਾ, ਦੁਨੀਆ ਦੀਆਂ ਉਦਾਹਰਨਾਂ ਤੇ ਬੜੀਆਂ ਜਾਣਦਾ, ਗੱਲਾਂ ਤੇ ਬੜੀਆਂ ਜਾਣਦਾ ਹੈ, ਪਰ ਹਰ ਦਰਗਾਹ ਹੈ ਭ੍ਰਸ਼ਟੀ। ਰੱਬ ਦੀ ਦਰਗਾਹ ਦੇ ਵਿੱਚ ਉਹ ਭ੍ਰਸ਼ਟ ਮੰਨਿਆ ਗਿਆ ਹੈ, ਉੱਥੇ ਉਹ ਭ੍ਰਿਸ਼ਟ ਹੈ, ਉਹ ਪ੍ਰਵਾਨ ਨਹੀਂ ਹੋਇਆ, ਉਹ ਸਫਲਾ ਨਹੀਂ ਹੋਇਆ ਹੈ। ਜਿਨ ਕੋ ਦਿਆਲ ਹੋਆ ਮੇਰਾ ਸੁਆਮੀ, ਤਿੰਨਾ ਸਾਧ ਜਨਾ ਪਗ ਚੱਕਟੀ। ਜਿਨ੍ਹਾਂ ਦੇ ਉੱਪਰ ਸਤਿਗੁਰੂ ਦਿਆਲੂ